ਆਦ। ਜਪ ਆਦ ਸਚ ਜੁਗਾਦ ਸਚ, ਹੈ ਭੀ ਸਚ ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਵੈਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜ ਨਿਵਾਜੇ। ਜਿਉ ਪਿੰਡ ਦੇ ਪ੍ਰਾਨਾ, ਨਿਰਗੁਣ ਆਰੇ ਗੁਣ ਨਹੀਂ ਕੋਈ। ਤੁਮ ਦਾਨ ਦਿਓ ਮਿਹਰਵਾਨਾ, ਤੁਮ ਕਰੋ ਭਲਾ ਹਮ ਭਲੋ ਨ ਜਾਣੈ। ਤੁਮ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਿਧਾਤੇ। ਤੁਮ ਰਾਖੋ ਆਪਣੇ ਬਾਲਾ, ਤੁਮ ਨਿਧਾਨ ਅਟਲ ਸੁਲਤਾਨ। ਜੀ ਜੰਤ ਸਭ ਜਾਚੈ, ਕਹੋ ਨਾਨਕ ਹਮ ਇਹੈ ਹਵਾਲਾ। ਰਾਖ ਸੰਤਨ ਕੈ ਪਾਛੈ, ਕਹੋ ਨਾਨਕ ਹਮ ਇਹੈ ਹਵਾਲਾ। ਰਾਖ ਸੰਤਨ ਕੈ ਪਾਛੈ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਪੌੜੀ। ਆਪੇ ਸੁਰ ਨਰ ਗਣ ਗੰਧਰਬਾ, ਆਪੇ ਖਟ ਦਰਸ਼ਨ ਕੀ ਬਾਣੀ। ਆਪੇ ਸ਼ਿਵ ਸ਼ੰਕਰ ਮਹੇਸ਼ਾ, ਆਪੇ ਗੁਰਮੁਖ ਅਕਥ ਕਹਾਣੀ। ਆਪੇ ਸੁਰ ਨਰ ਗਣ ਗੰਧਰਬਾ, ਆਪੇ ਖਟ ਦਰਸ਼ਨ ਕੀ ਬਾਣੀ। ਆਪੇ ਸ਼ਿਵ ਸ਼ੰਕਰ ਮਹੇਸ਼ਾ, ਆਪੇ ਗੁਰਮੁਖ ਅਕਥ ਕਹਾਣੀ। ਆਪੇ ਜੋਗੀ ਆਪੇ ਭੋਗੀ, ਆਪੇ ਸੰਨਿਆਸੀ ਫਿਰੈ ਬਿਭਾਣੀ। ਆਪੇ ਨਾਲ ਗੋਸ਼ਟ ਆਪ ਉਪਦੇਸੈ, ਆਪੇ ਸੁਗੜ ਸਰੂਪ ਸਿਆਣੀ। ਆਪਣਾ ਚੋਜ ਕਰ ਵੇਖੈ ਆਪੇ, ਆਪੇ ਸਭਨਾ ਜੀਆਂ ਕਾ ਹੈ ਜਾਣੀ। ਆਪੇ ਨਾਲ ਗੋਸ਼ਟ ਆਪ ਉਪਦੇਸੈ, ਆਪੇ ਸੁਗੜ ਸਰੂਪ ਸਿਆਣੀ। ਆਪਣਾ ਚੋਜ ਕਰ ਵੇਖੈ ਆਪੇ, ਆਪੇ ਸਭਨਾ ਜੀਆਂ ਕਾ ਹੈ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ। ਔਰ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਸਾਹਿਬ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਸੰਗਤਾਂ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਦੇ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰਾਂ ਨੇ ਜੋ ਬਿਹਾਗੜੇ ਦੀ ਵਾਰ ਉਚਾਰਨ ਕੀਤੀ ਹੈ, ਇਸ ਵਾਰ ਦੀ
ਇਹ 12ਵੀਂ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ। ਸਤਿਗੁਰੂ ਜੀ ਨੇ ਇਸ ਵਾਰ ਦੀਆਂ ਪੌੜੀਆਂ ਵਿੱਚ ਆਪੇ ਆਪ ਜੋ ਵਾਹਿਗੁਰੂ ਕਰਤਾ ਪੁਰਖ ਪਰਮੇਸ਼ਰ ਸਰਵ ਵਿਆਪਕ ਸਰਵ ਸ਼ਕਤੀਮਾਨ ਹੈ, ਆਪੇ ਹੀ ਈਸ਼ਵਰ ਬਣਿਆ, ਆਪੇ ਹੀ ਜੀਵ ਬਣਿਆ, ਆਪੇ ਹੀ ਸ਼ਿਵ ਸ਼ਕਤੀ ਬਣਿਆ ਹੈ, ਆਪੇ ਹੀ ਮਾਇਆ ਹੈ, ਆਪ ਹੀ ਈਸ਼ਵਰ ਹੈ, ਆਪ ਹੀ ਪੁਰਖ ਹੈ, ਆਪ ਹੀ ਪ੍ਰਕਿਰਤੀ ਹੈ, ਸਭ ਕੁਛ ਆਪੇ ਆਪ ਹੈ। ਪਰ ਜੀਵ ਇਸ ਗੱਲ ਨੂੰ ਮਹਿਸੂਸ ਨਹੀਂ ਕਰ ਪਾਉਂਦਾ, ਇਸ ਗੱਲ ਨੂੰ ਜਾਣ ਨਹੀਂ ਸਕਦਾ। ਉਹਦਾ ਕਾਰਨ ਸਾਡੀ ਹਉਮੈ ਹੀ ਹੈ। ਮਹਾਰਾਜ ਸਾਹਿਬ ਦੇ ਬਚਨ ਹਨ, ਸਭ ਕੁਛ ਆਪੇ ਆਪ ਹੈ, ਹਉਮੈ ਵਿੱਚ ਕਹਿਣ ਨਾ ਜਾਏ। ਸਾਰਾ ਕੁਝ ਆਪੇ ਆਪ ਹੀ ਹੈ, ਪਰਮੇਸ਼ਰ ਕਰਤਾ ਪੁਰਖ ਵਾਹਿਗੁਰੂ, ਪਰ ਹਉਮੈ ਕਰਕੇ ਗੱਲ ਕਹੀ ਨਹੀਂ ਜਾਂਦੀ। ਜਿਸ ਬ੍ਰਹਮ ਗਿਆਨੀ ਮਹਾਂਪੁਰਸ਼ ਦੀ ਤਤ ਬੇਤੇ ਸਾਧੂ ਦੀ ਹਉਮੈ ਮਿਟ ਜਾਂਦੀ ਹੈ, ਉਹ ਆਪੇ ਆਪ ਦਾ ਜਾਪ ਕਰ ਸਕਦਾ ਹੈ। ਜਿਹੜੇ ਸਾਡੇ ਵਰਗੇ ਅਗਿਆਨੀ ਜੀਵ ਹਉਮੈ ਦੇ ਬੰਧਨ ਵਿੱਚ ਬੱਝੇ ਹੋਏ ਮੈਂ ਕਰੀ ਜਾਂਦੇ ਹਨ। ਮੈਂ ਔਰ ਮੇਰੀ ਦੀ ਪਕੜ ਹੈ, ਸੰਸਾਰ ਨੂੰ ਸੱਤ ਕਰਕੇ ਜਾਣਿਆ ਹੈ। ਹਰ ਸੰਸਾਰ ਦੇ ਕਾਰਜ ਵਿੱਚ ਬੜੇ ਚੇਤੰਨ, ਬੜੇ ਸਾਵਧਾਨ ਹੋ ਕੇ ਵਰਤਦੇ ਹਨ, ਪਰ ਪਰਮਾਰਥ ਦੇ ਵਿੱਚ ਅਚੇਤ ਸੁੱਤੇ ਹੋਏ ਹਨ। ਉਹ ਹਉਮੈ ਵਾਲੇ ਜੀਵ ਇਸ ਆਪੇ ਨੂੰ ਨਹੀਂ ਬੁੱਝ ਸਕਦੇ। ਜਦੋਂ ਕਿਸੇ ਪ੍ਰਾਣੀ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਸ ਨੂੰ ਅਸਲ ਆਪੇ ਦੀ ਸੋਝੀ ਹੁੰਦੀ ਹੈ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਨੇ ਬਿਲਾਵਲ ਰਾਗ ਵਿੱਚ ਵੀ ਫਰਮਾਇਆ ਹੈ, ਆਪੇ ਆਪ ਖਾਏ ਹਉ ਮੇਟੈ, ਅਣ ਦਿਨ ਹਰ ਰਸ ਗੀਤ ਗਵਈਆ, ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ। ਜਦੋਂ ਸ਼ੁੱਧ ਆਪਾ ਪਰਮਾਤਮਾ ਦਾ, ਵਾਹਿਗੁਰੂ ਦਾ, ਅਕਾਲ ਪੁਰਖ ਦਾ ਆਪਾ ਰਹਿ ਜਾਂਦਾ ਹੈ ਅਤੇ ਜੀਵ ਦਾ ਆਪਾ ਖਾਧਾ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਆਪੇ ਆਪ ਖਾਏ, ਸ਼ੁੱਧ ਆਪਾ ਜਦੋਂ ਮੈਲੇ ਆਪੇ ਨੂੰ ਖਾ ਜਾਂਦਾ ਹੈ, ਹਉ ਮੇਟੈ, ਹਉਮੈ ਮਿਟ ਜਾਂਦੀ ਹੈ। ਅਣ ਦਿਨ ਹਰ ਰਸ ਗੀਤ ਗਵਈਆ, ਉਦੋਂ ਵਾਹਿਗੁਰੂ ਦੇ ਪਿਆਰ ਵਿੱਚ ਵਾਹਿਗੁਰੂ ਦੇ ਗੀਤ ਗਾਏ ਜਾਂਦੇ ਹਨ। ਉਹ ਜਿਹੜੀ ਅਵਸਥਾ ਹੈ ਸਾਧ ਸੰਗਤ ਜੀ, ਉਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਣੀ ਹੈ ਅਤੇ ਉਹਨਾਂ ਨੇ ਇਹ ਪਾਵਨ ਬਚਨ ਇਸ ਪੌੜੀ ਵਿੱਚ ਕਥਨ ਕੀਤੇ, ਇਸ ਵਾਰ ਦੇ ਵਿੱਚ ਵੀ ਕਥਨ ਕੀਤੇ। ਸੋਰਠ ਰਾਗ ਦੇ ਵਿੱਚ ਜਿਹੜੇ ਸ਼ਬਦ ਹਨ, ਆਪੇ ਸੱਚੇ ਪਾਤਸ਼ਾਹ ਜੀ ਨੇ ਸੋਰਠ ਰਾਗ ਦੇ ਵਿੱਚ ਜੋ ਸ਼ਬਦ ਉਚਾਰਨ ਕੀਤੇ ਹਨ, ਉਹਨਾਂ ਵਿੱਚ ਵੀ ਇਸੇ ਆਪੇ ਦਾ ਜ਼ਿਕਰ ਕੀਤਾ ਹੈ। ਇਸ ਸ਼ੁੱਧ ਆਪਾ ਬਿਹਾਗੜੇ ਦੀ ਵਾਰ ਵਿੱਚ ਮਹਾਰਾਜ ਦਰਸਾ ਰਹੇ ਨੇ, ਬ੍ਰਹਮ ਦਾ, ਪਰਮੇਸ਼ਰ ਦਾ। ਆਓ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ। ਆਪੇ ਸੁਰ ਨਰ ਗਣ ਗੰਧਰਵਾ, ਅਕਾਲ ਪੁਰਖ ਆਪੇ ਹੀ ਸਾਰੇ ਰੂਪ ਧਾਰਨ ਕਰੀ ਬੈਠਾ ਹੈ। ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਆਪਣੀ ਕੁਦਰਤ ਦੇ ਨਾਲ ਅਨੇਕਾਂ ਰੂਪ ਇੱਕ ਖਿਨ ਦੇ ਵਿੱਚ ਧਾਰਨ ਕਰ ਲੈਂਦਾ ਹੈ। ਸੂਛਮ ਤੇ ਸੂਛਮ ਕਰ ਚੀਨੇ, ਬਿਰਧਨ ਬਿਰਧ ਬਤਾਏ, ਭੂਮ ਆਕਾਸ਼ ਪਤਾਲ ਸਭੈ ਸਜ, ਏਕ ਅਨੇਕ ਸਦਾਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸੂਖਮ ਤੋਂ ਵੀ ਸੂਖਮ ਹੈ, ਜਿਸ ਨੂੰ ਐਟਮ ਕਹਿੰਦੇ ਨੇ, ਪਰਮਾਣੂ ਕਹਿੰਦੇ ਨੇ, ਉਸ ਤੋਂ ਵੀ ਸੂਖਮ ਉਹ ਅਕਾਲ ਪੁਰਖ ਦਾ ਸਰੂਪ ਹੈ। ਕਿਸੇ ਖੁਰਦਬੀਨ ਨਾਲ, ਕਿਸੇ ਵੀ ਮਾਈਕਰੋਸਕੋਪ ਨਾਲ ਵੇਖਿਆ ਨਹੀਂ ਜਾ ਸਕਦਾ। ਔਰ ਜੋ ਅਕਾਲ ਪੁਰਖ ਦਾ ਸਰੂਪ ਹੈ,
ਉਹ ਵੱਡੇ ਤੋਂ ਵੱਡਾ, ਵੱਡੇ ਤੋਂ ਵੱਡਾ, ਵੱਡੇ ਤੋਂ ਵੱਡਾ ਹੈ ਕਿ ਕਰੋੜਾਂ ਬ੍ਰਹਮੰਡ, ਕਰੋੜਾਂ ਗਲੈਕਸੀਜ਼ ਉਹਦੇ ਇੱਕ ਰੋਮ ਵਿੱਚ ਆ ਜਾਂਦੀਆਂ ਹਨ। ਭਾਈ ਸਾਹਿਬ ਗੁਰਦਾਸ ਜੀ ਦੇ ਬਚਨ ਨੇ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ। ਜਿਸ ਵਾਹਿਗੁਰੂ ਦਾ ਸਰੂਪ ਇੰਨਾ ਵੱਡਾ ਹੈ, ਜਿਸ ਦੇ ਇੱਕ ਰੋਮ ਦੇ ਵਿੱਚ, ਜਿਵੇਂ ਸਾਡੇ ਸਰੀਰ ਦੇ ਉੱਤੇ ਬਾਹਾਂ 'ਤੇ ਲੱਤਾਂ 'ਤੇ ਛੋਟੇ ਛੋਟੇ ਰੋਮ ਹੁੰਦੇ ਨੇ, ਉਹ ਗਿਣੇ ਨਹੀਂ ਜਾ ਸਕਦੇ। ਅਕਾਲ ਪੁਰਖ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਮੰਡ ਹਨ, ਅਤੇ ਉਹਦੇ ਸਾਰੇ ਰੋਮ ਕੌਣ ਗਿਣੇਗਾ ਅਤੇ ਉਸ ਦੇ ਸਰੂਪ ਦਾ ਅੰਤ ਕੌਣ ਪਾਵੇਗਾ। ਯਾਨੀ ਕਹਿਣ ਦਾ ਮਤਲਬ ਇਹ ਹੈ ਵੀ ਬੇਅੰਤ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਐਸਾ ਉਹ ਬੇਅੰਤ ਪ੍ਰਭੂ ਵਿਸ਼ਾਲ ਸਰੂਪ ਵਾਲਾ, ਬਿਰਦਨ ਬਿਰਦ ਬਤਾਏ। ਬਿਰਦ ਮੈਨੇ ਵੱਡੇ ਸਰੂਪ ਵਿੱਚ ਹੈ, ਵੱਡੇ ਆਕਾਰ ਵਿੱਚ ਹੈ। ਸੂਖਮ ਤੋਂ ਸੂਖਮ ਬਈ ਬਹੁਤ ਬਰੀਕ ਤੋਂ ਬਰੀਕ ਹੈ। ਆਪ ਹੀ ਉਹ ਸੂਖਮ ਰੂਪ ਹੈ, ਆਪ ਹੀ ਉਹ ਸਥੂਲ ਰੂਪ ਹੈ। ਆਪੇ ਸੁਰ ਨਰ ਗਣ ਗੰਧਰਵਾ। ਸੁਰ ਨਾਮ ਦੇਵਤਿਆਂ ਦਾ ਹੈ। ਦੇਵਤਾ ਕੌਣ ਹੁੰਦਾ ਹੈ? ਜਿਹੜਾ ਦੇਵੀ ਪ੍ਰਕਾਸ਼ ਦੇ ਨਾਲ ਸੰਯੁਕਤ ਹੋਵੇ, ਭਾਵ ਜਿਹਦੇ ਕੋਲ ਦੇਵੀ ਸ਼ਕਤੀ ਹੋਵੇ, ਕੋਈ ਐਨਰਜੀ ਹੋਵੇ, ਉਹਨੂੰ ਦੇਵਤਾ ਕਹਿੰਦੇ ਆ। ਜਿਵੇਂ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਅੰਨ ਦੇਵਤਾ ਹੈ। ਜੇ ਨਾ ਛਕਿਆ ਹੋਵੇ ਅਤੇ ਮੂੰਹ ਤੋਂ ਵਾਹਿਗੁਰੂ ਨਹੀਂ ਨਿਕਲਦਾ, ਅਤੇ ਜੇ ਪ੍ਰਸ਼ਾਦਾ ਛਕਿਆ ਹੋਵੇ ਤਾਂ ਜਕਾਰੇ ਗਜਾਈ ਜਾਓ ਭਾਵੇਂ। ਮਹਾਰਾਜ ਕਹਿੰਦੇ ਅੰਨੇ ਬਿਨਾ ਨਾ ਹੋਏ ਸੁਕਾਲ। ਸਮਾਂ ਚੰਗਾ ਹੀ ਨਹੀਂ ਹੁੰਦਾ। ਸੁਕਾਲ ਦਾ ਮਤਲਬ ਹੈ ਚੰਗਾ ਸਮਾਂ, ਸੁਹਾਵਣਾ ਸਮਾਂ ਨਹੀਂ ਬਣਦਾ। ਵਿਆਹ ਸ਼ਾਦੀ ਹੋਵੇ, ਕੋਈ ਸਮਾਗਮ ਹੋਵੇ, ਕੋਈ ਕੀਰਤਨ ਦਰਬਾਰ ਹੋਵੇ, ਕੋਈ ਸੰਗਤਾਂ ਦਾ ਇਕੱਠ ਹੋਵੇ, ਜੇ ਲੰਗਰ ਨਾ ਹੋਵੇ ਰੌਣਕ ਨਹੀਂ ਬਣਦੀ। ਇਸ ਕਰਕੇ ਅੰਨ ਦੇਵਤਾ। ਪਾਣੀ ਦੇਵਤਾ, ਪਾਣੀ ਸਾਨੂੰ ਐਨਰਜੀ ਦਿੰਦਾ ਹੈ। ਅੰਨ ਤੋਂ ਬਿਨਾਂ ਤਾਂ ਬੰਦਾ ਚਲੋ ਕੁਝ 5-10 ਦਿਨ 20 ਦਿਨ ਕੱਢ ਵੀ ਲਵੇਗਾ, ਜਿਉਂਦਾ ਰਹਿ ਸਕਦਾ ਹੈ। ਪਾਣੀ ਤੋਂ ਬਿਨਾਂ ਇੱਕ ਦਿਨ ਵੀ ਨਹੀਂ ਜਿੰਦਾ ਰਹਿ ਸਕਦਾ। ਪਾਣੀ ਬਹੁਤ ਵੱਡਾ ਦੇਵਤਾ ਹੈ। ਬੈਸੰਤਰ ਦੇਵਤਾ, ਚੁੱਲ੍ਹੇ ਵਿੱਚ ਅੱਗ ਨਾ ਹੋਵੇ ਪ੍ਰਸ਼ਾਦਾ ਪੱਕ ਨਹੀਂ ਸਕਦਾ, ਪੇਟ ਵਿੱਚ ਅੱਗ ਨਾ ਹੋਵੇ ਹਜਮ ਨਹੀਂ ਹੋ ਸਕਦਾ। ਬੈਸੰਤਰ ਦੇਵਤਾ। ਫਿਰ ਲੂਣ ਨਾ ਹੋਵੇ ਸਵਾਦਿਸ਼ਟ ਨਹੀਂ ਬਣਦੀ ਦਾਲ ਸਬਜ਼ੀ, ਜਿੰਨੀ ਮਰਜ਼ੀ ਮਹਿੰਗੀ ਸਬਜ਼ੀ ਲੈ ਆਓ, ਲੂਣ ਤੋਂ ਬਿਨਾਂ। ਪੰਜਵਾਂ ਪਾਇਆ ਕਿਰਤ, ਘਿਓ ਹੈ, ਇਹ ਵੀ ਦੇਵਤਾ ਹੈ। ਇੱਕ ਪਸ਼ੂ ਦੇ ਵਿੱਚ ਪਰਮਾਤਮਾ ਨੇ ਸ਼ਕਤੀ ਪਾਈ ਹੈ ਬਈ ਉਹ ਘਾਹ ਨੂੰ ਖਾ ਕੇ ਉਹਦੇ ਵਿੱਚ ਅੰਮ੍ਰਿਤ ਸ਼ਕਤੀ ਪੈਦਾ ਕਰ ਦਿੰਦਾ ਹੈ। ਉਹ ਦੇਵਤਾ ਹੈ। ਕਿ ਦੁੱਧ ਬਣਦਾ ਹੈ, ਦਹੀਂ ਬਣਦਾ ਹੈ, ਘਿਓ ਮੱਖਣ ਬਣਦਾ ਹੈ, 36 ਪ੍ਰਕਾਰ ਦੇ ਪਕਵਾਨ, ਕੜਾਹ ਪ੍ਰਸ਼ਾਦ ਬਣਾਓ, ਪੰਜੀਰੀ ਬਣਾਓ, ਦਾਲਾਂ ਸਬਜ਼ੀਆਂ ਨੂੰ ਤੜਕੇ ਲਾਓ। ਅਕਾਲ ਪੁਰਖ ਦੀ ਸ਼ਕਤੀ ਦੇਵਤਾ ਹੈ। ਇਸ ਤਰ੍ਹਾਂ 33 ਕਰੋੜ ਦੇਵਤੇ ਮੰਨੇ ਗਏ, ਜਿਹੜੇ ਬੰਦਿਆਂ ਨੂੰ, ਸੰਸਾਰੀ ਜੀਵਾਂ ਨੂੰ, ਸਾਰਿਆਂ ਨੂੰ ਸੁੱਖ ਦਿੰਦੇ ਹੈ। ਸੂਰਜ ਦੇਵਤਾ ਹੈ, ਚੰਦਰਮਾ ਦੇਵਤਾ ਹੈ, ਪਵਨ ਹਵਾ ਦੇਵਤਾ ਹੈ, ਇਹ ਧਰਤੀ ਦੇਵਤਾ ਹੈ। ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਹਨ 33 ਕਰੋੜ ਕਹਿ ਲਓ ਬੇਅੰਤ ਹਨ। 33 ਕਰੋੜ ਦਾ ਮਤਲਬ ਵੀ ਬੇਅੰਤ ਹਨ। ਮਹਾਰਾਜ ਕਹਿੰਦੇ ਇਹ ਵੀ ਪਰਮਾਤਮਾ ਆਪ ਹੀ ਬਣਿਆ ਹੋਇਆ ਹੈ। ਆਖੋ ਸ੍ਰੀ ਵਾਹਿਗੁਰੂ। ਸੂਰਜ ਵਿੱਚ ਕਿਹਦੀ ਜੋਤ ਹੈ? ਅਕਾਲ ਪੁਰਖ ਦੀ। ਨਮੋ ਸੂਰਜ ਸੂਰਜੇ, ਜੋ ਸੂਰਜਾਂ ਦਾ ਵੀ ਸੂਰਜ ਹੈ। ਨਮੋ ਚੰਦਰ ਚੰਦਰੇ, ਜੋ ਚੰਦਰਮਾ ਦੇ ਵਿੱਚ ਮਿੱਠੀ ਠੰਡੀ ਰੋਸ਼ਨੀ ਦੇ ਰਿਹਾ, ਸੁੰਦਰਤਾ ਦਾ ਪ੍ਰਤੀਕ ਹੈ, ਉਹ ਵੀ ਅਕਾਲ ਪੁਰਖ ਆਪ ਬਣਿਆ ਹੋਇਆ। ਫਿਰ ਸਾਧ ਸੰਗਤ ਜੀ, ਅੰਨ ਪਾਣੀ ਆਦਿਕ ਦੇਵਤੇ ਆਪ ਬਣਿਆ ਹੋਇਆ। ਸਾਰੀਆਂ ਸ਼ਕਤੀਆਂ ਆਪ ਹੈ।
ਨਰ ਮਨੁੱਖਾਂ ਨੂੰ ਕਹਿੰਦੇ ਆਪਾਂ, ਜਿਹੜੇ 2 ਪੈਰਾਂ ਵਾਲੇ 2 ਹੱਥਾਂ ਵਾਲੇ। ਇਸ ਧਰਤੀ ਦੇ ਵਿੱਚ ਸਭ ਤੋਂ ਜ਼ਿਆਦਾ ਸਾਡਾ ਪ੍ਰਭਾਵ ਹੈ। ਮਹਾਰਾਜ ਕਹਿੰਦੇ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਬਾਕੀ ਜੋਨਾਂ ਪਾਣੀ ਭਰਨ ਵਾਲੀਆਂ, ਇਹ ਇਸ ਧਰਤੀ ਦਾ ਸਰਦਾਰ ਹੈ ਮਨੁੱਖ। ਇਹ ਵੀ ਪਰਮਾਤਮਾ ਆਪ ਬਣਿਆ ਹੋਇਆ। ਗਣ ਸ਼ਿਵ ਜੀ ਦੇ 8 ਮੰਨੇ ਜਾਂਦੇ ਨੇ, ਪਰ ਜਿਹੜੇ ਪੁਰਾਣਕ ਨੇ ਉਹ ਤਾਂ ਵਿਆਖਿਆ ਕਰਨ ਲਈ ਉਹਦਾ ਰੂਪ ਬਣਾਇਆ ਗਿਆ। ਅਸਲ ਵਿੱਚ ਗਣ ਜਿਹੜੇ ਨੇ ਕਾਵਿ ਦਾ ਤੋਲ ਰੱਖਣ ਵਾਸਤੇ 4 ਸ਼ੁਭ ਹਨ ਅਤੇ 4 ਅਸ਼ੁਭ ਹਨ। ਮਗਨ ਭਗਣ ਕਹੀਏ ਜਗਣ ਤਗਣ ਸਗਣ ਅਗਣੇ, ਰਗਣ ਤਗਣ ਪਿੰਗਲ ਪਣੈ ਗਣ 8 ਲੱਖ ਲੇ। ਪਿੰਗਲ ਦੇ ਵਿੱਚ, ਪਿੰਗਲ ਸ਼ਾਸਤਰ ਦੇ ਵਿੱਚ 8 ਗਣ ਨੇ। 3 ਅੱਖਰਾਂ ਦਾ ਜਾਂ 3 ਮਾਤਰਾ ਦਾ ਇੱਕ ਗਣ ਹੁੰਦਾ। ਜਿਹੜੀਆਂ ਦੀਰਘ ਮਾਤਰਾ ਨੇ ਉਹਨਾਂ ਦੇ ਗਣ, ਲਘੂ ਮਾਤਰਾ ਦੇ ਗਣ, ਜਿਵੇਂ ਤਬਲੇ ਦੀਆਂ ਮਾਤਰਾ ਹੁੰਦੀਆਂ ਨੇ, ਕਾਵਿ ਦੀਆਂ ਵੀ ਇਸੇ ਤਰ੍ਹਾਂ ਮਾਤਰਾ ਹੁੰਦੀਆਂ ਨੇ। ਉਹਨਾਂ ਮਾਤਰਾ ਦਾ ਹਿਸਾਬ ਜਿਹੜਾ ਉਹ ਗਣਾਂ ਵਿੱਚ ਹੁੰਦਾ। ਉਹਦੀ ਜਿਹੜੀ ਸੂਖਮ ਸ਼ਕਤੀ ਹੈ ਉਸ ਨੂੰ ਗਣੇਸ਼ ਕਹਿੰਦੇ ਨੇ। ਜਿਹੜਾ ਗਣਾਂ ਦਾ ਸੁਆਮੀ ਹੁੰਦਾ ਉਹ ਅਕਾਲ ਪੁਰਖ ਹੀ ਹੈ। ਉਸ ਨੂੰ ਸਮਝਾਉਣ ਵਾਸਤੇ ਹਿੰਦੂ ਧਰਮ ਦੇ ਵਿੱਚ ਇੱਕ ਮੂਰਤੀ ਬਣਾ ਦਿੱਤੀ ਗਈ ਹੈ ਵੀ ਇੱਦਾਂ ਦਾ ਹੈ, ਉਹਦਾ ਪੇਟ ਵੱਡਾ ਹੈ, ਉਹਦਾ ਸਿਰ ਹਾਥੀ ਦਾ ਹੈ। ਪਰ ਵਾਸਤਵ ਵਿੱਚ ਕੋਈ ਇੱਦਾਂ ਦੀ ਚੀਜ਼ ਨਹੀਂ। ਉਹ ਅਸਲ ਵਿੱਚ ਇੱਕ ਮੈਥਡ ਹੈ ਸਮਝਾਉਣ ਵਾਸਤੇ। ਯਾਨੀ ਕਿ ਜਿਹੜਾ ਪੇਟ ਵੱਡਾ ਹੈ ਉਹ ਇਸ ਗੱਲ ਦਾ ਪ੍ਰਤੀਕ ਹੈ ਵੀ ਜਿਹੜਾ ਗਿਆਨੀ ਪੁਰਸ਼ ਹੈ, ਵਿਦਵਾਨ ਪੁਰਸ਼ ਹੈ, ਉਹਦੀ ਖੁਰਾਕ ਚੰਗੀ ਹੋਣੀ ਚਾਹੀਦੀ ਹੈ। ਜੇ ਖੁਰਾਕ ਮਾੜੀ ਖਾਵੇਗਾ ਉਹ ਵਿਸ਼ਾਲ ਉੱਚੀ ਸੋਚ ਕਿਵੇਂ ਸੋਚੇਗਾ। ਉਹਦਾ ਦਿਮਾਗ ਵੱਡਾ ਹੋਣਾ ਚਾਹੀਦਾ। ਹਾਥੀ ਦਾ ਸਿਰ ਲਾਉਣ ਦਾ ਇਹ ਮਤਲਬ ਹੈ ਬਈ ਉਹਦਾ ਦਿਮਾਗ ਵਿਸ਼ਾਲ ਹੋਣਾ ਚਾਹੀਦਾ, ਉਹਦੀ ਸੋਚ ਵੱਡੀ ਹੋਣੀ ਚਾਹੀਦੀ ਹੈ। ਉਹ ਤਾਂ ਇੱਕ ਪ੍ਰਤੀਕ ਬਣਾਇਆ ਗਿਆ, ਪਰ ਵਾਸਤਵ ਵਿੱਚ ਇੱਕ ਮੈਥਡ ਹੈ। ਜਿਹੜਾ ਉਹਦਾ ਸੁਆਮੀ ਹੈ ਉਹ ਗਣੇਸ਼ ਹੈ, ਉਹ ਗਣਪਤੀ ਹੈ। ਸੋ ਮਹਾਰਾਜ ਕਹਿੰਦੇ ਇਹ ਗਣਪਤੀ ਜਾਂ ਇਹ 8 ਗਣ ਜਿਹੜੇ ਸ਼ਿਵ ਜੀ ਦੇ ਹਨ, ਇਹ ਵੀ ਅਕਾਲ ਪੁਰਖ ਆਪ ਬਣਿਆ ਹੋਇਆ ਹੈ। ਆਪੇ ਸੁਰ ਨਰ ਗਣ ਗੰਧਰਵਾ। ਗੰਧਰਵ ਕਹਿੰਦੇ ਜਿਹੜੇ ਸਵਰਗ ਦੇ ਵਿੱਚ ਗਵਈਏ ਹਨ, ਹਾ ਹਾ ਹੂ ਹੂ ਗੰਧਰਵ ਅਪਸਰਾ। ਇਹ ਜਿਹੜੀ ਰਾਗ ਵਿਦਿਆ ਹੈ, ਜਿਹੜੀ 7 ਸੁਰਾਂ ਦਾ ਔਰ ਰਾਗਾਂ ਦਾ ਮਹਾਰਾਜ ਅਕਾਲ ਪੁਰਖ ਨੇ ਇਹ ਸਰੂਪ ਬੰਨ੍ਹਿਆ ਹੈ, ਇਹ ਵੀ ਅਕਾਲ ਪੁਰਖ ਆਪ ਬਣਿਆ ਹੋਇਆ ਹੈ। ਅਤੇ ਗਾਉਣ ਵਾਲੇ ਗਵਈਏ ਜਿਹੜੇ ਗੰਧਰਵ ਹਨ, ਭਾਈ ਮਰਦਾਨਾ ਜੀ ਵਰਗੇ ਗੁਰੂ ਕੇ ਕੀਰਤਨੀਏ ਹਨ, ਇਹ ਵੀ ਅਕਾਲ ਪੁਰਖ ਆਪ ਬਣਿਆ ਹੋਇਆ ਹੈ। ਆਪੇ ਖਟ ਦਰਸ਼ਨ ਕੀ ਬਾਣੀ। ਜਿਹੜੇ 6 ਸ਼ਾਸਤਰ ਹਨ, 6 ਘਰ, 6 ਗੁਰ, 6 ਉਪਦੇਸ਼। ਪੂਰਵ ਮੀਮਾਂਸਾ, ਉੱਤਰ ਮੀਮਾਂਸਾ, ਪਤੰਜਲੀ ਦਾ ਯੋਗ ਦਰਸ਼ਨ, ਕਣਾਦ ਮੁਨੀ ਦਾ ਨਿਆਏ ਸ਼ਾਸਤਰ, ਵਿਸ਼ੇਸ਼ਕ, ਅਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸਾਖ ਕਪਲ ਮੁਨੀ ਦਾ। ਇਹ 6 ਸ਼ਾਸਤਰ ਹਨ। ਪੂਰਵ ਮੀਮਾਂਸਾ ਕਰਮ ਕਾਂਡ ਬਾਰੇ ਹੈ। ਉੱਤਰ ਮੀਮਾਂਸਾ ਵੇਦ ਵਿਆਸ ਜੀ ਨੇ, ਜਿਸ ਨੂੰ ਵਿਦਾਂਤ ਕਹਿੰਦੇ ਨੇ, ਉਹ ਰਚਿਆ ਹੈ। ਉਹ ਮਾਇਆ ਅਤੇ ਈਸ਼ਵਰ ਦਾ ਵਿਵੇਚਨ ਕਰਕੇ ਬ੍ਰਹਮ ਤੱਕ ਪਹੁੰਚਾਉਂਦਾ ਹੈ। ਔਰ ਵਿਸ਼ੇਸ਼ਕ ਜਿਹੜਾ ਹੈ ਔਰ ਨਾਲ ਨਿਆਏ ਹੈ, ਇਹ ਪਰਮਾਣੂਆਂ ਤੋਂ ਸ੍ਰਿਸ਼ਟੀ ਦੀ ਰਚਨਾ ਮੰਨਦਾ ਹੈ। ਔਰ ਜੋ ਪਤੰਜਲੀ ਦਾ ਯੋਗ ਦਰਸ਼ਨ ਹੈ, ਉਹ ਚਿੱਤ ਬਿਰਤੀ ਦੀ ਨਿਰੋਧ ਨੂੰ ਮੁਕਤੀ ਮੰਨਦਾ ਹੈ। ਇਸੇ ਤਰ੍ਹਾਂ ਵੇਦਾਂਤ ਵਾਲੇ ਗਿਆਨ ਤੋਂ ਮੁਕਤੀ, ਆਤਮ ਗਿਆਨ ਤੋਂ ਮੁਕਤੀ ਮੰਨਦੇ ਹਨ। ਸੋ ਇਹ ਵੀ ਅਕਾਲ ਪੁਰਖ ਆਪ ਬਣਿਆ ਹੋਇਆ। ਆਪੇ ਖਟ ਦਰਸ਼ਨ ਕੀ ਬਾਣੀ। 6 ਸ਼ਾਸਤਰਾਂ ਦੀ ਜਿਹੜੀ ਬਾਣੀ ਹੈ, ਜੋ ਵਿਚਾਰਧਾਰਾ ਹੈ, ਫਿਲੋਸਫੀ ਹੈ। ਦਰਸ਼ਨ ਮੈਨੇ ਫਿਲੋਸਫੀ। ਜਿਹੜੀ ਇਹ 6 ਦਰਸ਼ਨਾਂ ਦੀ ਜੋ ਫਿਲੋਸਫੀ ਦੀ ਬਾਣੀ ਹੈ, ਇਹ ਵੀ ਅਕਾਲ ਪੁਰਖ ਆਪ ਉਚਾਰਨ ਕਰ ਰਿਹਾ ਹੈ। ਆਪੇ ਸ਼ਿਵ ਸ਼ੰਕਰ ਮਹੇਸ਼ਾ, ਆਪੇ ਗੁਰਮੁਖ ਅਕਥ ਕਹਾਣੀ।
ਸ਼ਿਵ ਨਾਮ ਚੇਤਨ ਦਾ ਹੈ। ਜੋ ਆਪਣੇ ਆਪ ਨੂੰ ਵੀ ਜਾਣਦਾ ਹੋਵੇ ਔਰ ਦੂਸਰੇ ਨੂੰ ਵੀ ਜਾਣਦਾ ਹੋਵੇ, ਉਸ ਨੂੰ ਸ਼ਿਵ ਕਹਿੰਦੇ ਹਨ। ਉਸ ਦੇ ਵਿਪਰੀਤ ਅਪੋਜਿਟ ਜੜ ਹੁੰਦਾ, ਜਿਵੇਂ ਪੱਥਰ ਹੈ, ਲੋਹਾ ਹੈ, ਲੱਕੜੀ ਹੈ, ਉਹਨੂੰ ਪਤਾ ਨਹੀਂ ਮੇਰੇ ਕੋਲ ਕੌਣ ਬੈਠਾ, ਕੌਣ ਆਇਆ, ਕੌਣ ਗਿਆ। ਜਿਹੜੀ ਚੀਜ਼ ਆਪਣੇ ਆਪ ਨੂੰ ਵੀ ਨਹੀਂ ਜਾਣਦੀ ਔਰ ਦੂਏ ਨੂੰ ਨਹੀਂ ਜਾਣਦੀ, ਉਹ ਜੜ ਹੈ। ਜੋ ਆਪਣੇ ਆਪ ਨੂੰ ਵੀ ਜਾਣਦਾ ਔਰ ਦੂਏ ਨੂੰ ਵੀ ਜਾਣਦਾ, ਉਹ ਚੇਤਨ ਹੈ, ਉਹ ਆਤਮਾ ਹੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆ ਜਿਹੜੀ ਇਸ ਸਰੀਰ ਦੇ ਅੰਦਰ ਚੇਤਨਾ ਹੈ, ਇਹ ਚੇਤਨਾ ਉਸ ਪਰਮ ਚੇਤਨਾ ਵਿੱਚੋਂ ਆਈ। ਕਹੋ ਕਬੀਰ ਰਾਮ ਕੀ ਅੰਸ। ਮਹਾਰਾਜ ਕਹਿੰਦੇ ਆਪ ਹੀ ਸ਼ਿਵ ਹੈ ਅਤੇ ਸ਼ੰਕਰਖਣ ਕਰ ਦੇਣਾ, ਇਕੱਠਿਆਂ ਕਰ ਦੇਣਾ। ਸ਼ੰਕਰਖਣ ਦਾ ਅਰਥ ਹੁੰਦਾ ਸਮੇਟ ਦੇਣਾ, ਸ਼ੰਕਰ ਦਾ ਅਰਥ ਹੁੰਦਾ ਇਕੱਠੇ ਕਰ ਦੇਣਾ। ਜਿਵੇਂ ਖਲਾਰਾ ਪਿਆ ਹੋਵੇ, ਇਕੱਠਾ ਕਰਕੇ ਇੱਕਦਮ ਪਰੇ ਕਰ ਦੇਣਾ। ਉਹ ਅਕਾਲ ਪੁਰਖ ਦੀ ਉਹ ਸ਼ਕਤੀ ਹੈ। ਜਦੋਂ ਕਹਿੰਦੇ ਵੀ ਸੰਸਾਰ ਦੇ ਵਿੱਚ ਜੀਵ ਵੱਧ ਗਏ, ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਕਥਾ ਲਿਖੀ ਹੈ। ਕਹਿੰਦੇ ਜੀਵ ਵੱਧ ਗਏ, ਜੰਮੀ ਤਾਂ ਜਾਂਦੇ, ਮਰਦੇ ਕੋਈ ਨਹੀਂ। ਸਿਸਟਮ ਤਾਂ ਬਣਾਉਣਾ, ਜੰਮੀ ਜਾਂਦੇ, ਮਰਦੇ ਕੋਈ ਨਹੀਂ। ਜਿਵੇਂ ਕੀੜੇ ਥਾਂ ਥਾਂ, ਬੰਦੇ ਹੀ ਬੰਦੇ, ਪਸ਼ੂ ਪੰਛੀ ਥਾਂ ਥਾਂ 'ਤੇ ਹੋ ਗਏ। ਫਿਰ ਕਹਿੰਦੇ ਅਕਾਲ ਪੁਰਖ ਨੇ ਵਿਸ਼ਨੂੰ ਨੂੰ ਬੁਲਾ ਕੇ ਆਖਿਆ ਵੀ ਹੁਣ ਤੂੰ ਸ਼ੰਕਰ ਰੂਪ ਧਾਰਨ ਕਰ। ਪੈਦਾ ਕਰਨ ਵਾਲਾ ਤਾਂ ਬ੍ਰਹਮਾ ਬਣ ਗਿਆ ਸੀ, ਰੂਪ ਤਾਂ ਉਹੀ ਅਕਾਲ ਪੁਰਖ ਦਾ ਹੀ ਹੈ। ਪੈਦਾ ਕਰਤਾ, ਉਹਨੂੰ ਬ੍ਰਹਮਾ ਕਹਿੰਦੇ ਆ। ਅਤੇ ਹੁਣ ਤੂੰ ਇੱਦਾਂ ਕਰ ਵੀ ਹੁਣ ਉਹ ਦੂਜਾ ਰੂਪ ਧਾਰਨ ਕਰ, ਵੀ ਸਮੇਟ ਦੇ ਸਾਰਿਆਂ ਨੂੰ। ਜਿਸ ਨੂੰ ਮੌਤ ਕਹਿੰਦੇ ਨੇ, ਜਿਸ ਨੂੰ ਕਾਲ ਕਹਿੰਦੇ ਨੇ, ਜਿਸ ਨੂੰ ਡੈਥ ਕਹਿੰਦੇ ਨੇ, ਉਹਦਾ ਸਿਸਟਮ ਬਣਾਇਆ। ਜੰਮੀ ਜਾਂਦੇ, ਮਰਦੇ ਨਾ, ਫਿਰ ਵੀ ਇੱਥੇ ਗੁਜ਼ਾਰਾ ਨਹੀਂ ਸੀ ਹੋਣਾ, ਧਰਤੀ 'ਤੇ ਥਾਂ ਨਹੀਂ ਸੀ ਰਹਿਣੀ। ਜਦੋਂ ਦੀ ਦੁਨੀਆ ਬਣੀ, ਅਰਬਾਂ ਖਰਬਾਂ ਜੀਵ ਜੰਮੇ, ਤਾਂ ਉਹ ਫਿਰ ਸ਼ੰਕਰ ਬਣਿਆ। ਉਹਨੇ ਸਾਰਿਆਂ ਨੂੰ ਸਮੇਟਣ ਦੀ ਜ਼ਿੰਮੇਵਾਰੀ ਲਈ ਹੈ। ਉਹ ਕੋਈ ਬਿਮਾਰੀ ਦੇ ਰੂਪ ਵਿੱਚ, ਐਕਸੀਡੈਂਟ ਦੇ ਰੂਪ ਦੇ ਵਿੱਚ, ਹਾਰਟ ਅਟੈਕ ਦੇ ਰੂਪ ਵਿੱਚ, ਕਿਸੇ ਰੂਪ ਵਿੱਚ ਵੀ ਆਪਣੀ ਕਲਾ ਵਰਤਾ ਜਾਂਦਾ। ਆਪੇ ਸ਼ਿਵ ਸ਼ੰਕਰ ਮਹੇਸ਼ਾ। ਮਹੇਸ਼ ਕਹਿੰਦੇ ਸਾਰਿਆਂ ਤੋਂ ਵੱਡਾ ਈਸ਼ਵਰ, ਮਹਾ ਈਸ਼ਵਰ। ਆਪੇ ਗੁਰਮੁਖ ਅਕਥ ਕਹਾਣੀ। ਅਤੇ ਆਪ ਹੀ ਗੁਰੂ ਬਣ ਕੇ, ਗੁਰੂ ਨਾਨਕ ਬਣ ਕੇ ਆਇਆ। ਗੁਰੂ ਦੇ ਮੁਖ ਤੋਂ ਅਕਾਲ ਪੁਰਖ ਦੀ ਅਕਥ ਕਥਾ ਨੂੰ ਕਥਨ ਵਾਲਾ ਬਣਿਆ। ਆਖੋ ਸ੍ਰੀ ਵਾਹਿਗੁਰੂ। ਆਪ ਗੁਰੂ ਨਾਨਕ ਬਣ ਕੇ ਆਇਆ। ਅਕਾਲ ਪੁਰਖ ਦੀ ਅਕਥ ਕਥਾ, ਜਿਹੜੀ ਕਥੀ ਨਹੀਂ ਜਾ ਸਕਦੀ, ਕਹੀ ਨਹੀਂ ਜਾ ਸਕਦੀ। ਹੁਣ ਇਹ ਜਿਹੜੀ ਗੱਲ ਹੈ, ਇਹ ਹੈ ਤਾਂ ਬੜੀ ਸੂਖਮ, ਕਿਸੇ ਸਾਇੰਸ ਦੇ ਨਾਲ, ਕਿਸੇ ਸਾਧਨ ਨਾਲ ਸਿੱਧ ਹੋ ਨਹੀਂ ਸੀ ਸਕਦੀ। ਇਹ ਤਾਂ ਗੁਰੂ ਨਾਨਕ ਦੇ ਅਨੁਭਵ ਵਿੱਚੋਂ ਸਿੱਧ ਹੋਣੀ ਸੀ। ਆਪ ਗੁਰਮੁਖ ਬਣ ਕੇ ਅਕਥ ਕਥਾ ਕਰਦਾ ਹੈ। ਆਪੇ ਜੋਗੀ, ਆਪੇ ਭੋਗੀ, ਆਪੇ ਸੰਨਿਆਸੀ, ਫਿਰੈ ਬਿਬਾਣੀ। ਜੋਗੀ ਨਾਮ ਜੁੜੇ ਹੋਏ ਦਾ, ਜਿਹਦੇ ਮਨ ਦੀਆਂ ਚਿੱਤ ਦੀਆਂ ਬਿਰਤੀਆਂ ਜੁੜੀਆਂ, ਇਕਾਗਰ, ਉਹਨੂੰ ਕਹਿੰਦੇ ਜੋਗੀ। ਅਤੇ ਭੋਗੀ ਨਾਮ ਹੈ ਜਿਹਦੇ ਭਾਗ ਹੋ ਗਏ, ਹਿੱਸੇ ਹੋ ਗਏ, ਟੋਟੇ ਹੋ ਗਏ। ਇੱਕ ਹਿੱਸਾ ਉਹਦਾ ਚਲਾ ਗਿਆ ਪਤਨੀ ਵਿੱਚ, ਇੱਕ ਹਿੱਸਾ ਚਲਾ ਗਿਆ ਪੁੱਤਰਾਂ ਵਿੱਚ, ਧੀਆਂ ਵਿੱਚ। ਉਹਦੇ ਸਰੀਰ ਦੇ ਹੀ ਹਿੱਸੇ ਕਿੰਨੇ ਹੋ ਗਏ। ਉਹਦਾ ਜਿਹੜਾ ਪਰਿਵਾਰ ਹੈ, ਉਹਦੇ ਸਰੀਰ ਦੇ ਹਿੱਸੇ ਹੋਏ ਨੇ, ਭਾਗ ਹੋਏ ਨੇ। ਫਿਰ ਉਹਦੀ ਸੁਰਤ ਦੇ ਕਿੰਨੇ ਹਿੱਸੇ ਹੋਏ ਨੇ। ਕੋਈ ਬਿਜ਼ਨਸ ਵਿੱਚ, ਕੋਈ ਖੇਤੀਬਾੜੀ ਵਿੱਚ, ਕੋਈ ਪਰਿਵਾਰ ਵਿੱਚ, ਕੋਈ ਆਪਣੇ ਨੌਕਰੀ ਵਿੱਚ, ਕੋਈ ਕੱਪੜੇ ਪਾਉਣ ਵਿੱਚ, ਕੋਈ ਲਾਹਣ ਵਿੱਚ, ਕੋਈ ਨਹਾਉਣ ਵਿੱਚ, ਕੋਈ ਧੋਣ ਵਿੱਚ, ਕੋਈ ਖਾਣ ਵਿੱਚ, ਕੋਈ ਪੀਣ ਵਿੱਚ। ਸੁਰਤੀ ਦੇ ਟੋਟੇ ਟੋਟੇ ਹੋ ਗਏ ਨੇ, ਉਹਨੂੰ ਭੋਗੀ ਕਹਿੰਦੇ ਆ। ਜੋ ਭੋਗ ਰਿਹਾ ਹੈ ਪਦਾਰਥਾਂ ਨੂੰ, ਖਾਣਾ ਹੈ, ਪੀਣਾ ਹੈ, ਸੌਣਾ ਹੈ, ਬਸ ਇਹੀ ਜ਼ਿੰਦਗੀ ਹੈ। ਮਹਾਰਾਜ ਕਹਿੰਦੇ ਇਹ ਵੀ ਆਪ ਬਣਿਆ ਹੋਇਆ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਜਿਹੜਾ ਜੋਗੀ ਆ, ਕੀ ਉਹਦੇ 'ਚ ਪਰਮਾਤਮਾ ਦੀ ਜੋਤ ਕੋਈ ਨਹੀਂ? ਉਹਦੇ ਵਿੱਚ ਵੀ ਪਰਮਾਤਮਾ ਦੀ ਜੋਤ ਜੁੜ ਕੇ ਬੈਠਾ ਹੋਇਆ। ਕਹਿੰਦੇ ਜਿਹੜਾ ਟੁੱਟ ਕੇ ਖਿੰਡ ਕੇ ਸੰਸਾਰ ਦੇ ਵਿੱਚ ਆਪਣੀ ਬਿਰਤੀ ਖਿੰਡਾਈ ਬੈਠਾ, ਉਹਦੇ 'ਚ ਜੋਤ ਕੋਈ ਨਹੀਂ, ਉਹਦੇ ਵਿੱਚ ਵੀ ਜੋਤ ਹੈ। ਆਪੇ ਜੋਗੀ, ਆਪੇ ਭੋਗੀ, ਆਪੇ ਸੰਨਿਆਸੀ, ਫਿਰੈ ਬਿਬਾਣੀ। ਸੰਨਿਆਸੀ ਕਹਿੰਦੇ ਜਿਹਨੇ ਆਪਣੀ ਆਸਾ ਨੂੰ ਸੁੰਨ ਕਰ ਲਿਆ ਹੋਵੇ, ਆਸਾ ਸਮਾਪਤ ਹੋ ਗਈ ਹੋਵੇ ਸੰਸਾਰ ਦੀ। ਸ਼ੰਕਰਾਚਾਰਿਆ ਤੋਂ ਸੰਨਿਆਸੀ ਸੰਪਰਦਾਇ ਚੱਲੀ ਹੈ। ਸ਼ੰਕਰਾਚਾਰਿਆ ਜੀ ਨੇ ਸੰਨਿਆਸੀਆਂ ਦੀ ਸੰਪਰਦਾ ਕਾਇਮ ਕਰਕੇ ਹਿੰਦੁਸਤਾਨ ਵਿੱਚ 4 ਵੱਡੇ ਮੱਠ ਬਣਾ ਕੇ ਵੇਦਾਂਤ ਮਤ ਦਾ ਪ੍ਰਚਾਰ ਕੀਤਾ।
ਉਹ ਵੱਡੀਆਂ ਵੱਡੀਆਂ ਬਿਬਾਣੀ ਦਾ ਅਰਥ ਹੁੰਦਾ ਵੱਡੀਆਂ ਵੱਡੀਆਂ ਕਚਹਿਰੀਆਂ ਰਾਜਿਆਂ ਮਹਾਰਾਜਿਆਂ ਦੀਆਂ ਵਿੱਚ ਜਾ ਕਰਕੇ ਪੰਡਤਾਂ ਨਾਲ ਚਰਚਾ ਕਰਕੇ ਉਹਨਾਂ ਨੂੰ ਚਰਚਾ 'ਚ ਪਰਾਜਿਤ ਕਰਕੇ ਹਰਾ ਕੇ ਆਪਣੀ ਗੱਲ ਮਨਾਇਆ ਕਰਦੇ ਸਨ, ਆਤਮਾ ਨੂੰ ਸਿੱਧ ਕਰਿਆ ਕਰਦੇ। ਮਹਾਰਾਜ ਕਹਿੰਦੇ ਇਹ ਵੀ ਪਰਮੇਸ਼ਰ ਆਪ ਹੀ ਬਣ ਕੇ ਸੰਨਿਆਸੀ ਫਿਰਦਾ ਹੈ, ਆਪੇ ਨਾਲ ਗੋਸ਼ਟ। ਫਿਰ ਉੱਥੇ ਜਦੋਂ ਗੋਸ਼ਟ ਹੁੰਦੀ ਚਰਚਾ ਹੁੰਦੀ ਉਹ ਵੀ ਆਪਣੇ ਨਾਲ ਆਪ ਹੀ ਕਰਦਾ ਹੈ। ਇੱਕ ਦੂਜੀ ਨਾਲ ਨਾ ਡਿਬੇਟ ਕਰਨੀ ਉਹਨੂੰ ਗੋਸ਼ਟ ਕਹਿੰਦੇ ਆ। ਕੁਐਸਚਨ ਆਨਸਰ ਹੁੰਦੇ ਹੈ, ਗੱਲਬਾਤ ਹੁੰਦੀ ਹੈ। ਕਹਿੰਦੇ ਇੱਕ ਵਾਰੀ ਇੱਕ ਰਾਜੇ ਭੋਜ ਦੇ ਰਾਜ ਵਿੱਚ ਪੰਡਤ ਆ ਗਿਆ, ਕਹਿਣ ਲੱਗਾ ਰਾਜਾ ਜੀ ਮੈਂ ਸੁਣਿਆ ਤੁਹਾਡੇ ਕੋਲ ਬੜੇ ਬੜੇ ਪੰਡਤ ਨੇ, ਮੈਂ ਸਾਰੇ ਪੰਡਤਾਂ ਨਾਲ ਦੇਸ਼ ਨਾਲ ਚਰਚਾ ਕਰਕੇ ਸਾਰੇ ਦੇਸ਼ ਦੇ ਪੰਡਤਾਂ ਨੂੰ ਜਿੱਤ ਲਿਆ। ਹੁਣ ਤੁਸੀਂ ਮੇਰੇ ਨਾਲ ਚਰਚਾ ਕਰਾਓ ਆਪਣੇ ਪੰਡਤਾਂ ਦੀ। ਜੇ ਤੁਹਾਡੇ ਪੰਡਤ ਹਾਰ ਗਏ ਮੈਂ ਸਾਰੇ ਗ੍ਰੰਥ ਉਹਨਾਂ ਦੇ ਖੋਹ ਲਵਾਂਗਾ, ਜੇ ਮੈਂ ਹਾਰ ਗਿਆ ਤਾਂ ਮੈਂ ਆਪਣੇ ਜਿੰਨੇ ਗ੍ਰੰਥ ਜਿੱਤੇ ਨੇ ਸਾਰੀ ਦੁਨੀਆ 'ਚੋਂ ਉਹ ਤੁਹਾਡੇ ਪੰਡਤਾਂ ਨੂੰ ਦੇ ਦਿਆਂਗਾ। ਉਹਨੇ ਆਪਣੇ ਪੰਡਤ ਸੱਦੇ ਰਾਜੇ ਭੋਜ ਨੇ। ਰਾਜਾ ਭੋਜ ਕਹਿੰਦਾ ਵੀ ਪੰਡਤੋ ਆਪਣੀ ਹੁਣ ਇੱਜ਼ਤ ਦਾ ਸਵਾਲ ਹੈ, ਬਾਹਰੋਂ ਪੰਡਤ ਆਇਆ ਉਹਦੇ ਨਾਲ ਚਰਚਾ ਕੌਣ ਕਰੇਗਾ। ਉਹ ਕਹਿਣ ਲੱਗੇ ਰਾਜਾ ਜੀ ਚਰਚਾ ਤਾਂ ਕਰੀਏ, ਪਰ ਅਸੀਂ ਸੋਚਦੇ ਹਾਂ ਵੀ ਅਸੀਂ ਐਡੇ ਵੱਡੇ ਪੰਡਤ ਹਾਂ, ਇੰਨੇ ਪੰਡਤ ਹਾਂ, ਅਸੀਂ ਇਕੱਲੇ ਨਾਲ ਕਿਉਂ ਚਰਚਾ ਕਰੀਏ, ਅਸੀਂ ਤੁਹਾਨੂੰ ਸੋਚ ਕੇ ਦੱਸਾਂਗੇ ਕੱਲ੍ਹ ਨੂੰ। ਪੰਡਤਾਂ ਨੇ ਮੀਟਿੰਗ ਸੱਦ ਲਈ। ਮੀਟਿੰਗ ਸੱਦ ਲਈ ਅਤੇ ਰਾਜੇ ਕੋਲੋਂ ਐਲਾਨ ਕਰਾਤਾ ਵੀ ਜਿਹੜਾ ਹਾਰੇਗਾ ਉਹਨੂੰ 500 ਰੁਪਈਆ ਮਿਲਣਾ, ਜਿਹੜਾ ਜਿੱਤੇਗਾ ਉਹਨੂੰ 1000 ਮਿਲਣਾ ਇਨਾਮ। ਹਾਰਨ ਵਾਲੇ ਨੂੰ 500 ਮਿਲੇਗਾ, ਜਿੱਤਣ ਵਾਲੇ ਨੂੰ 1000 ਮਿਲੇਗਾ। ਅਤੇ ਉੱਥੇ ਇੱਕ ਤੇਲੀ ਸੀਗਾ, ਉਹਦੀ ਇੱਕੋ ਹੀ ਅੱਖ ਸੀਗੀ, ਕੋਹਲੂ ਅਤੇ ਬਲਦਾਂ ਦੇ ਨਾਲ ਤੇਲ ਕੱਢਦਾ ਸੀ ਅਤੇ ਤੇਲ ਪੀ ਪੀ ਕੇ ਉੱਦਾਂ ਤਗੜਾ ਗੋਰਾ ਚਿੱਟਾ ਸੀ, ਲੰਮਾ ਉੱਚਾ ਸੀ। ਅੱਖ ਉਹਦੀ ਇੱਕੋ ਹੀ ਸੀਗੀ, ਅੱਖ ਤੋਂ ਜਿਵੇਂ ਕਹਿੰਦੇ ਲੱਖ ਨੇਤਰਾ ਸੀਗਾ। ਅਤੇ ਉਹਨੂੰ ਜਾ ਕੇ ਪੰਡਤਾਂ ਨੇ ਆਖਿਆ ਵੀ ਤੂੰ ਸਾਡੀ ਇੱਜ਼ਤ ਰੱਖ ਲੈ, ਹਾਰ ਜਾਏਗਾ ਨਾ 500 ਤੈਨੂੰ ਫਿਰ ਵੀ ਮਿਲ ਜਾਏਗਾ, ਅਤੇ ਜੇ ਜਿੱਤ ਗਿਆ ਤਾਂ 1000 ਮਿਲ ਜਾਏਗਾ। ਚਰਚਾ ਕੋਈ ਖਾਸ ਨਹੀਂ, ਹਾਰਨਾ ਹੀ ਹੈ, ਹਾਰ ਕੇ ਵੀ 500 ਮਿਲਣਾ ਅਤੇ ਜਿੱਤ ਕੇ 1000 ਮਿਲਣਾ। ਅਤੇ 500 ਤਾਂ ਤੇਰਾ ਖਰਾ ਹੀ ਹੈ ਨਾ, ਤੂੰ ਕਿਹੜਾ ਪੰਡਤ ਤੂੰ ਹੈ ਨਹੀਂ, ਹਾਰ ਗਿਆ ਤਾਂ ਕੋਈ ਫਰਕ ਨਹੀਂ ਪੈਣਾ। ਬਾਅਦ 'ਚ ਅਸੀਂ ਇਹ ਕਹਿ ਦਾਂਗੇ ਵੀ ਸਾਡਾ ਤੇਲੀ ਸੀ ਨਾ, ਕੋਈ ਗੱਲ ਨਹੀਂ। ਜੇ ਜਿੱਤ ਗਿਆ ਤਾਂ ਅਸੀਂ ਕਹਾਂਗੇ ਵੀ ਸਾਡਾ ਤੇਲੀ ਐਡਾ ਵਿਦਵਾਨ ਹੈ ਅਤੇ ਅਸੀਂ ਕੋਈ ਘੱਟ ਹਾਂ। ਉਹਨਾਂ ਚਰਚਾ ਸ਼ੁਰੂ ਕਰਤੀ। ਚਰਚਾ ਸ਼ੁਰੂ ਕਰਨ ਵਾਲੇ ਰਾਜੇ ਦੇ ਦਰਬਾਰ 'ਚ ਫਲਾਣੇ ਦਿਨ ਚਰਚਾ ਹੋਵੇਗੀ, ਸਾਰਾ ਸ਼ਹਿਰ ਇਕੱਠਾ ਕਰ ਲਿਆ ਅਤੇ ਸੁਣਨ ਵਾਲੇ ਚਰਚਾ ਸੁਣਨ ਵਾਲੇ, ਜਿਵੇਂ ਅੱਜ ਕੱਲ੍ਹ ਫੁੱਟਬਾਲ ਦਾ ਮੈਚ ਦੇਖਦੇ ਨਾ ਲੋਕ, ਉਹਨਾਂ ਜ਼ਮਾਨਿਆਂ 'ਚ ਪੰਡਤਾਂ ਦੀ ਚਰਚਾ ਦੇਖਣ ਆਇਆ ਕਰਦੇ ਸੀ ਵੀ ਦੇਖੋ ਕੀ ਸਵਾਲ ਕਰਦੇ ਨੇ, ਕੀ ਜਵਾਬ ਕਰਦੇ ਨੇ। ਜਿਵੇਂ ਭਲਵਾਨਾਂ ਦੀ ਕੁਸ਼ਤੀ ਦੇਖਦੇ ਨਾ, ਇੱਦਾਂ ਵਿਦਵਾਨਾਂ ਦੀ ਚਰਚਾ ਦੇਖਦੇ ਸੀ, ਔਰ ਲੋਕ ਤਾਂ ਹੀ ਵਿਦਵਾਨ ਵੀ ਸੀਗੇ। ਸੋ ਪੰਡਤ ਜੀ ਹੋਰੀ ਜਿਹੜੇ ਬਾਹਰੋਂ ਆਏ ਹੋਏ ਸੀ ਉਹ ਵੀ ਆ ਗਏ, ਚਰਚਾ ਸੁਣਨ ਸ਼ਹਿਰ ਵੀ ਆ ਗਿਆ। ਉੱਧਰੋਂ ਗਾਂਗਾ ਤੇਲੀ, ਉਹਨੇ ਆਪਣੇ ਸਵੇਰੇ ਉੱਠ ਕੇ ਨਹਾਤਾ ਧੋਤਾ, ਸਰੋਂ ਦਾ ਤੇਲ ਮੂੰਹ ਨੂੰ ਚੋਪੜਿਆ ਅਤੇ ਉਹਨੇ ਧੋਤੀ ਧਾਤੀ ਨਵੀਂ ਪਾਈ, ਅਤੇ ਉਸ ਤੋਂ ਬਾਅਦ ਇੱਕ ਜੁੱਤੀ ਰੱਖੀ ਸੀ ਉਹਨੇ ਵਿਚਾਰੇ ਨੇ ਚਮੜੇ ਦੀ, ਆਉਣ ਜਾਣ ਵਾਸਤੇ ਕਿਤੇ ਉਹਨੂੰ ਤੇਲ ਤੂਲ ਲਾ ਕੇ ਰੱਖ ਛੱਡਦਾ ਸੀ। ਧੋੜੀ ਦੀ ਜੁੱਤੀ ਹੁੰਦੀ ਸੀ ਪਹਿਲਾਂ, ਉਹਨੇ ਧੋੜੀ ਦੀ ਜੁੱਤੀ ਪੈਰਾਂ ਪਾਈ, ਉਹਦੇ ਪੈਰੀਂ ਲੱਗ ਗਈ। ਜਦੋਂ ਪੈਰੀਂ ਲੱਗੀ ਅਤੇ ਉਹਨੂੰ ਇਕੱਠੀ ਕਰਕੇ, ਪੁਰਾਣੇ ਜ਼ਮਾਨੇ 'ਚ ਲੋਕ ਸਿੱਧੇ ਸਾਧੇ ਹੁੰਦੇ ਸੀ, ਉਹਨੇ ਕੱਪੜੇ 'ਚ ਲਪੇਟ ਕੇ ਕੱਛੇ ਮਾਰ ਲਈ। ਜਦੋਂ ਕੱਛੇ ਮਾਰ ਲਈ ਅਤੇ ਜੁੱਤੀ ਆ ਕੇ ਦਰਬਾਰ 'ਚ ਉਹ ਨੰਗੇ ਪੈਰੀਂ ਵੜਿਆ, ਅਤੇ ਉਹ ਜਿਹੜਾ ਪੰਡਤ ਸੀ ਨਾ, ਉਹਨੇ ਵੇਖਿਆ ਵੀ ਪੰਡਤ ਇਹ ਆ ਗਿਆ ਵੀ ਇਹਦੇ ਨਾਲ ਮੇਰੀ ਚਰਚਾ ਹੋਣੀ ਹੈ। ਰਾਮ ਰਾਮ ਜੀ ਹੋ ਕੇ ਬਹਿ ਗਏ। ਜਦੋਂ ਬਹਿ ਗਏ ਅਤੇ ਪੰਡਤ ਨੇ ਪੁੱਛਿਆ, ਪੰਡਤ ਜੀ ਇਹ ਤੁਹਾਡੀ ਜਿਹੜੀ ਕੋਲ ਪੋਥੀ ਹੈ ਕਿਹੜੀ ਹੈ? ਉਹਨੇ ਸੋਚਿਆ ਵੀ ਸ਼ਾਇਦ ਕੋਈ ਪੋਥੀ, ਕੋਈ ਗ੍ਰੰਥ ਜਿਹੜਾ ਉਹ ਕੱਪੜੇ 'ਚ ਲਪੇਟਿਆ ਹੋਇਆ ਅਤੇ ਇਹਨੇ ਆਪਣੇ ਕੱਛ ਵਿੱਚ ਪਾਇਆ ਹੋਇਆ। ਕਹਿਣ ਲੱਗਾ ਇਹਦਾ ਨਾਂ ਕੰਟਕ ਚੂਰਨ ਪੁਰਾਣ। ਉਹਨੇ ਆਖਿਆ ਮੈਂ 18 ਪੁਰਾਣ ਤਾਂ ਸੁਣੇ ਸੀਗੇ, ਇਹ ਨਹੀਂ ਮੈਂ ਸੁਣਿਆ ਵੀ ਕੰਟਕ ਚੂਰਨ। ਕੰਟਕ ਮੈਨੇ ਕੰਡਾ, ਅਤੇ ਕੰਡੇ ਨੂੰ ਚੂਰਨ ਕਰਨ ਵਾਲਾ ਵੀ ਜੁੱਤੀ ਹੁੰਦੀ ਹੈ ਧੋੜੀ ਦੀ। ਉਹਨੇ ਆਖਿਆ ਵੀ ਮੈਂ 18 ਦੇ ਸੁਣੇ ਸੀ ਪਰ ਇਹ ਨਹੀਂ ਸੁਣਿਆ, ਪਰ ਚਲੋ ਠੀਕ ਹੈ। ਅੱਛਾ
ਫਿਰ ਉਹਨੇ ਆਖਿਆ ਵੀ ਇਹਦੇ ਨਾਲ ਆਪਾਂ ਚਰਚਾ ਜੇ ਬੋਲ ਕੇ ਕੀਤੀ ਨਾ, ਇਹ ਤਾਂ 18ਵਾਂ ਪੁਰਾਣ ਤੋਂ ਉੱਤੇ ਪੜ੍ਹਿਆ ਹੋਇਆ, ਇਹ ਤਾਂ ਨਵਾਂ ਹੀ ਪੁਰਾਣ ਪੜ੍ਹੀ ਫਿਰਦਾ, ਅਤੇ ਜੇ ਆਪਾਂ ਇਹਦੇ ਨਾਲ ਚਰਚਾ ਦੂਜੇ ਤਰੀਕੇ ਨਾਲ ਕਰਦੇ ਹਾਂ, ਉਹ ਕੀ ਹੁੰਦੀ ਹੈ ਚਰਚਾ? ਮੂਕ ਚਰਚਾ। ਮੂਕ ਚਰਚਾ ਦਾ ਮਤਲਬ ਵੀ ਜ਼ਬਾਨ ਬੋਲਣਾ ਨਹੀਂ, ਇਸ਼ਾਰੇ ਨਾਲ ਚਰਚਾ ਕਰਨੀ। ਰਾਜਾ ਕਹਿੰਦਾ ਹਾਂਜੀ ਪੰਡਿਤ ਜੀ, ਵੀ ਚਰਚਾ ਇਸ਼ਾਰੇ ਨਾਲ ਕਰੋਗੇ ਕਿ ਬੋਲ ਕੇ ਕਰੋਗੇ? ਗੰਗਾ ਕਹਿੰਦਾ ਜਿਵੇਂ ਮਰਜ਼ੀ ਕਰ ਲਓ ਜੀ, ਵੀ ਆਪਾਂ ਨੂੰ ਤਾਂ ਦੋਵੇਂ ਤਰ੍ਹਾਂ ਪ੍ਰਵਾਨ ਹੈ। ਉਹਨੇ ਤਾਂ ਵਿਚਾਰੇ ਨੇ ਹਾਰਨਾ ਹੀ ਸੀ, 500 ਲੈਣਾ ਸੀ। ਉਹ ਕਹਿੰਦਾ ਵੀ ਜਿਵੇਂ ਮਰਜ਼ੀ ਕਰ ਲਓ। ਕਹਿੰਦਾ ਵੀ ਠੀਕ ਹੈ, ਚੁੱਪ, ਮੂਕ ਚਰਚਾ ਹੀ ਪ੍ਰਵਾਨ ਹੈ ਜੀ। ਉਹ ਪੰਡਿਤ ਚਾਹੁੰਦਾ ਸੀ ਵੀ ਮੂਕ ਚਰਚਾ ਹੋਵੇ, ਮੈਂ ਉਲਟਾ ਪਲਟਾ ਇਸ਼ਾਰਾ ਕਰਾਂਗਾ, ਇਸ਼ਾਰਾ ਇਹਨੂੰ ਸਮਝ ਨਹੀਂ ਆਉਣਾ ਅਤੇ ਮੈਂ ਇਹਨੂੰ ਹਰਾ ਦਿਆਂਗਾ। ਚਲੋ ਜੀ, ਹੁਣ ਪਹਿਲਾ ਇੱਕ ਹੁੰਦਾ ਪੂਰਬ ਪਕਸ਼ੀ, ਇੱਕ ਹੁੰਦਾ ਉੱਤਰ ਪਕਸ਼ੀ। ਗਾਂਗੇ ਨੂੰ ਪੁੱਛਿਆ ਤੁਸੀਂ ਕਿਹੜਾ ਪੱਖ ਲਓਗੇ? ਉਹਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਵੀ ਪੱਖ ਉੱਤਰ ਪਕਸ਼ ਕੀ ਹੁੰਦਾ, ਪੂਰਬ ਪਕਸ਼ ਕੀ ਹੁੰਦਾ। ਕਹਿੰਦਾ ਜਿਹੜਾ ਮਰਜ਼ੀ ਦੇ ਦਿਓ। ਉਹ ਕਹਿੰਦਾ ਚਲੋ ਠੀਕ ਹੈ, ਪੂਰਬ ਪਕਸ਼ ਮੇਰਾ, ਉੱਤਰ ਪਕਸ਼ ਤੁਹਾਡਾ, ਠੀਕ ਹੈ। ਪੂਰਬ ਦਾ ਮਤਲਬ ਕੁਐਸਚਨ ਕਰਨਾ, ਅਤੇ ਉੱਤਰ ਦਾ ਮਤਲਬ ਹੁੰਦਾ ਆਨਸਰ ਦੇਣਾ, ਜਵਾਬ ਦੇਣਾ। ਕਹਿੰਦਾ ਵੀ ਪੂਰਬ ਪਕਸ਼ ਪਹਿਲਾਂ ਮੈਂ ਬੋਲਾਂਗਾ, ਫਿਰ ਤੂੰ ਬਾਅਦ 'ਚ ਬੋਲੇਗਾ, ਸਵਾਲ ਕਰੇਗਾ। ਉਹਨੇ ਠੀਕ ਹੈ। ਉਹ ਪੰਡਿਤ ਨੇ ਜਿਹੜਾ ਆਇਆ ਸੀ ਕਾਸ਼ੀ ਤੋਂ ਪੜ੍ਹ ਕੇ, ਉਹਨੇ ਇੱਦਾਂ ਉਂਗਲ ਖੜ੍ਹੀ ਕੀਤੀ। ਉਹਦੇ ਮਤਲਬ ਸੀ ਵੀ ਪਰਮਾਤਮਾ ਇੱਕ ਹੈ, ਬ੍ਰਹਮ ਇੱਕ ਹੈ। ਗਾਂਗੇ ਨੇ ਸਮਝਿਆ ਵੀ ਇਹ ਕਹਿੰਦਾ ਵੀ ਤੇਰੀ ਇੱਕ ਅੱਖ ਜਿਹੜੀ ਹੈ ਮੈਂ ਉਹ ਵੀ ਉਂਗਲ ਮਾਰ ਕੇ ਕੱਢ ਦਿਆਂਗਾ। ਗਾਂਗੇ ਨੇ ਇਹ ਸਮਝਿਆ ਵੀ ਮੇਰੀ ਅੱਖ ਵੱਲ ਇਸ਼ਾਰਾ ਕਰਦਾ ਵੀ ਤੇਰੀ ਇੱਕੋ ਹੀ ਅੱਖ ਹੈ। ਗਾਂਗੇ ਨੇ 2 ਉਂਗਲਾਂ ਕਰਤੀਆਂ ਵੀ ਮੈਂ ਤੇਰੀਆਂ ਦੋਵੇਂ ਕੱਢ ਦਿਆਂਗਾ। ਅੱਛਾ, ਉਹ ਪੰਡਿਤ ਨੇ ਸਮਝਿਆ ਵੀ ਇਹ ਕਹਿੰਦਾ ਵੀ ਇੱਕ ਬ੍ਰਹਮ ਹੈ ਅਤੇ ਦੂਜੀ ਮਾਇਆ ਵੀ ਹੈ ਨਾਲ, ਵੀ ਬ੍ਰਹਮ ਇਕੱਲਾ ਥੋੜ੍ਹਾ, ਉਹਦੀ ਮਾਇਆ ਵੀ ਨਾਲ ਹੈ। ਉਹ ਕਹਿੰਦਾ ਚਲੋ ਤਾੜੀ ਵੱਜ ਗਈ ਵੀ ਜਵਾਬ ਵਧੀਆ ਦੇ ਦਿੱਤਾ। ਸਾਰੇ ਪੰਡਤਾਂ ਨੇ ਜਿਹੜੇ ਉਹ ਬੈਠੇ ਸੀ ਉਹਨਾਂ ਨੇ ਤਾੜੀ ਮਾਰਤੀ। ਆਹਾ, ਵੀ ਗਾਂਗੇ ਨੇ ਵੀ ਜਵਾਬ ਪੂਰਾ ਸਹੀ ਦਿੱਤਾ ਵੀ ਇੱਕ ਮਾਇਆ, ਇੱਕ ਬ੍ਰਹਮ ਹੈ, ਦੂਜੀ ਮਾਇਆ ਹੈ। ਉਹਨੇ ਸਮਝਿਆ ਬਈ ਇਹਨੇ ਮੇਰੀ ਇੱਕ ਅੱਖ ਨੂੰ ਇਸ਼ਾਰਾ ਕੀਤਾ ਅਤੇ ਮੈਂ ਇਹਦੀਆਂ ਦੋਵੇਂ ਕੱਢ ਦਿਆਂਗਾ। ਦੁਬਾਰਾ ਫਿਰ ਸਵਾਲ ਕਰਨਾ ਸੀ। ਉਸ ਪੰਡਿਤ ਨੇ ਇੱਦਾਂ 5 ਉਂਗਲਾਂ ਦਾ ਪੰਜਾ ਖਿਲਾਰ ਕੇ ਕਿਹਾ ਇੱਦਾਂ। ਉਹਦਾ ਮਤਲਬ ਇਸੇ ਵੀ 5 ਤੱਤ ਨੇ, ਆਕਾਸ਼, ਵਾਯੂ, ਅਗਨੀ, ਪਾਣੀ ਅਤੇ ਧਰਤੀ। ਇਹ 5 ਤੱਤ ਨੇ। ਅਤੇ ਗਾਂਗੇ ਨੇ ਸਮਝਿਆ ਵੀ ਇਹ ਕਹਿੰਦਾ ਵੀ ਚਪੇੜ ਮਾਰਾਂਗਾ। ਗਾਂਗੇ ਨੇ ਆਪਣੀ ਮੁੱਠੀ ਇੱਦਾਂ ਮੀਚ ਲਈ ਘਸੁੰਨ। ਕਹਿੰਦਾ ਜੇ ਤੂੰ ਚਪੇੜ ਮਾਰੇਂਗਾ, ਕਹਿਣ ਦਾ ਮਤਲਬ ਸੀ ਵੀ ਮੈਂ ਘਸੁੰਨ ਮਾਰਾਂਗਾ। ਉਹ ਪੰਡਿਤ ਨੇ ਸਮਝਿਆ ਇਹ ਕਹਿੰਦਾ ਵੀ 5 ਤੱਤ ਇਕੱਠੇ ਹੋ ਗਏ ਅਤੇ 5 ਤੱਤ ਕੋ ਤਨ ਰਚਿਓ, ਵੀ 5 ਤੱਤਾਂ ਤੋਂ ਇਕੱਠੇ ਹੋ ਕੇ ਬਣਦਾ, ਵੱਖਰੇ ਵੱਖਰੇ ਕੁਛ ਨਹੀਂ ਬਣਦਾ। ਫਿਰ ਤਾੜੀ ਮਾਰਤੀ, ਗਾਂਗਾ ਜਿੱਤ ਗਿਆ। 1000 ਰੁਪਈਆ ਲੈ ਕੇ ਤੁਰ ਪਿਆ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਕਥਾ ਲਿਖੀ ਹੈ, ਪੰਡਿਤ ਗੋਸ਼ਟ ਗਾਂਗੇ ਤੇਲੀਏ, ਪੰਡਿਤ ਨਾਲ ਹੋਵੈ ਜਗ ਦੇਖੈ, ਵਾਰਾਂ ਭਾਈ ਗੁਰਦਾਸ ਜੀ ਦੀਆਂ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਚਰਚਾ ਹੁੰਦੀ ਸੀ, ਬੜੇ ਬੜੇ ਵੱਡੇ ਪੰਡਿਤ ਕਰਦੇ ਸੀ। ਮਹਾਰਾਜ ਕਹਿੰਦੇ ਆਪੇ ਨਾਲ ਗੋਸ਼ਟ, ਦੋਵੇਂ ਪਾਸੇ ਸਵਾਲ ਕਰਨ ਵਾਲਾ ਵੀ ਆਪ ਹੈ, ਜਵਾਬ ਦੇਣ ਵਾਲਾ ਵੀ ਆਪ ਹੈ। ਗੋਸ਼ਟ ਆਪਣੇ ਨਾਲ ਆਪ ਹੀ ਕਰ ਰਿਹਾ, ਆਪ ਉਪਦੇਸ਼ ਹੈ, ਆਪ ਉਪਦੇਸ਼ ਦਿੰਦਾ। ਆਪੇ ਸੁਗੜ ਸਰੂਪ ਸਿਆਣੀ, ਆਪ ਹੀ ਬੜਾ ਸੁਗੜ ਸਰੂਪ ਸਿਆਣਾ ਹੈ। ਆਪਣਾ ਚੋਜ ਕਰ ਵੇਖੈ ਆਪੇ, ਆਪੇ ਸਭਨਾ ਜੀਆਂ ਕਾ ਹੈ ਜਾਣੀ। ਆਪਣੇ ਚੋਜ ਆਪ ਕਰਕੇ ਵੇਖਦਾ ਹੈ, ਆਪੇ ਸਾਰੇ ਜੀਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ। ਐਸਾ ਉਹ ਵਾਹਿਗੁਰੂ ਪਰਮੇਸ਼ਰ ਹੈ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲੋਂ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ,
ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ,